ਵਿਆਹ ਵਾਲੀ ਗੱਡੀ ਤੇ ਲਾਲ ਫੁੱਲ ਲਗਾ ਕੇ ਆਇਆ ਇਹ ਲਾੜਾ 5 ਘੰਟੇ ਕੁੜੀ ਦੇ ਮਾਪਿਆਂ ਦੇ ਨਾਲ ਕਮਰੇ 'ਚ ਬੰਦ ਰਿਹਾ ਅਤੇ ਉਸ ਤੋਂ ਬਾਅਦ ਬੇਰੰਗ ਵਾਪਸ ਪਰਤ ਗਿਆ। ਹੁਣ ਦੱਸਦੇ ਹਾਂ ਤੁਹਾਨੂੰ ਕਿ ਵਿਆਹ ਸਮੇਂ ਲਿਖਾ ਪੜੀ ਕਰਨ ਦਾ ਇਹ ਮਤਲਬ ਕੀ ਸੀ। ਦਰਅਸਲ ਇਹ ਮਾਫੀਨਾਮਾ ਲਿਖਿਆ ਜਾ ਰਿਹਾ ਹੈ। ਉਹ ਲਾੜਾ ਜਿਹੜਾ ਕਿ ਕੁੜੀ ਨੂੰ ਵਿਆਹਣ ਆਇਆ ਸੀ, ਉਸ ਦੇ ਪਿੱਛੇ ਹੀ ਉਸ ਦੀ ਪ੍ਰੇਮਿਕਾ ਦਾ ਪਤੀ ਵੀ ਪਹੁੰਚ ਗਿਆ, ਜਿਸ ਤੋਂ ਬਾਅਦ ਅਜਿਹਾ ਸ਼ੋਰਗੁਲ ਹੋਇਆ ਕਿ ਮੁੰਡੇ ਨੂੰ ਆਪਣੀ ਜਾਨ ਬਚਾਉਣ ਦੇ ਲਈ ਮਾਫੀ ਮੰਗ ਕੇ ਉੱਥੋਂ ਭੱਜਣਾ ਪਿਆ। ਦੱਸ ਦਈਏ ਕਿ ਇਹ ਸਾਰਾ ਮਾਮਲਾ ਮਹਿਲਪੁਰ ਦਾ ਹੈ। ਆਪਣੇ ਹੋਣ ਵਾਲੇ ਪਤੀ ਦੇ ਬਾਰੇ ਜਦੋਂ ਅਜਿਹੇ ਖੌਫਨਾਕ ਖੁਲਾਸੇ ਹੋਏ ਤਾਂ ਉਸ ਤੋਂ ਬਾਅਦ ਕੁੜੀ ਦਾ ਕੀ ਹਾਲ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਿਆ। ਸਭ ਤੋਂ ਪਹਿਲਾਂ ਦੇਖੋ, ਇਹ ਹੈ ਲਾੜਾ ਜਿਹੜਾ ਕਿ ਕੁੜੀ ਨੂੰ ਵਿਆਹਣ ਆਇਆ ਸੀ ਅਤੇ ਇਹ ਹੈ ਉਹ ਕੁੜੀ ਜਿਸਨੇ ਕਿ ਹੌਸਲਾ ਕਰਕੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਤੀਸਰੀ ਤਸਵੀਰ ਹੈ ਉਸ ਬੰਦੇ ਦੀ ਜਿਸ ਔਰਤ ਦੇ ਨਾਲ ਉਸ ਲਾੜੇ ਦੇ ਸੰਬੰਧ ਸੀ, ਉਸ ਦਾ ਪਤੀ। ਇਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਹ ਲਾੜਾ ਬਣ ਕੇ ਆਇਆ ਮੁੰਡਾ ਕਈ ਮਹੀਨਿਆਂ ਨਹੀਂ ਸਗੋਂ ਸਾਲਾਂ ਤੋਂ ਉਸ ਦੀ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਰੱਖ ਰਿਹਾ ਸੀ ਅਤੇ ਇਸ ਗੱਲ ਦਾ ਖੁਲਾਸਾ ਇਸ ਕਰਕੇ ਕੀਤਾ ਗਿਆ ਕਿਉਂਕਿ ਉਸ ਦੀ ਤਾਂ ਜ਼ਿੰਦਗੀ ਖਰਾਬ ਹੋ ਹੀ ਗਈ ਹੈ, ਪਰ ਉਹ ਕਿਸੇ ਹੋਰ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦੇਣਾ ਚਾਹੁੰਦਾ। ਦੱਸਦੇ ਕਿ 17 ਦਸੰਬਰ ਨੂੰ ਵਿਆਹ ਰੱਖਿਆ ਗਿਆ ਸੀ ਅਤੇ ਬਰਾਤ ਜਦੋਂ ਲਾੜੀ ਨੂੰ ਲੈਣ ਪਹੁੰਚੀ ਤਾਂ ਪਿੱਛੋਂ ਹੀ ਪ੍ਰੇਮਿਕਾ ਦਾ ਪਤੀ ਵੀ ਆ ਗਿਆ, ਜਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ। ਮੁੰਡੇ ਨੇ ਖੁਦ ਮੰਨਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਗਲਤ ਸੀ ਅਤੇ ਮਾਫੀਨਾਮਾ ਲਿਖਦੇ ਹੋਏ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਵੀ ਮੈਂ ਖੁਦ ਹੋਵਾਂਗਾ। ਲਾੜਾ ਪਰਿਵਾਰ ਨੂੰ ਬੰਦੀ ਬਣਾ ਕੇ ਚੰਗੀ ਤਰ੍ਹਾਂ ਦੇ ਨਾਲ ਕੁੜੀ ਵਾਲਿਆਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਤੋਂ ਬਾਅਦ ਲਿਖਤੀ ਮਾਫੀ ਮੰਗ ਕੇ ਛੱਡ ਦਿੱਤਾ ਗਿਆ। ਉਸ ਔਰਤ ਦੇ ਨਾਲ ਜਿਸ ਦਾ ਨਾਲ ਸੰਬੰਧ ਨੇ ਲਾੜੇ ਦੇ, ਉਸ ਦੇ ਪਤੀ ਦੇ ਵੱਲੋਂ ਇੱਥੇ ਪਹੁੰਚ ਕੇ ਵੱਡੇ ਖੁਲਾਸੇ ਕੀਤੇ ਗਏ ਨੇ। ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਪ੍ਰੇਮ ਸੰਬੰਧਾਂ ਦੇ ਚੱਲਦੇ ਉਸ ਨੂੰ ਸ਼ਰਮਿੰਦਗੀ ਝੇਲਣੀ ਪਈ ਹੈ। ਬਿਨਾਂ ਸੋਚੇ ਸਮਝੇ ਜੋ ਕਿ ਪ੍ਰੇਮ ਸੰਬੰਧ ਸ਼ਰਮਿੰਦਗੀ ਅਤੇ ਜਿੱਲਤ ਦਾ ਕਾਰਨ ਹੀ ਬਣਦੇ ਨੇ। ਜਿਹੜੇ ਮੁੰਡੇ ਕੁੜੀਆਂ ਕਿਸੇ ਨੂੰ ਵੀ ਧੋਖਾ ਦੇ ਕੇ ਵਿਆਹ ਦੇ ਝਾਂਸੇ ਦੇ ਵਿੱਚ ਫਸਾਉਣਾ ਚਾਹੁੰਦੇ ਨੇ, ਉਹਨਾਂ ਦੇ ਮੂੰਹ ਤੇ ਵੀ ਇਹ ਸੱਚਾਈ ਇੱਕ ਚਪੇੜ ਦੀ ਤਰ੍ਹਾਂ ਵੱਜੇਗੀ। ਲਾੜਾ ਬਣ ਕੇ ਕਿਸੇ ਦੇ ਘਰ ਦੀ ਸ਼ਾਂਤੀ ਖਰਾਬ ਕਰਨ ਚੱਲਿਆ ਉਹ ਮੁੰਡਾ ਜਦੋਂ ਇਸ ਦੀ ਖਬਰ ਪ੍ਰੇਮਿਕਾ ਦੇ ਪਤੀ ਨੂੰ ਲੱਗੀ ਤਾਂ ਉਸਨੇ ਗੋਲੀ ਦੀ ਤਰ੍ਹਾਂ ਉਸ ਜਗ੍ਹਾ ਤੇ ਪਹੁੰਚਣ ਦੇ ਵਿੱਚ ਕੋਈ ਦੇਰੀ ਨਹੀਂ ਕੀਤੀ। ਲਾੜਾ ਬਣਿਆ ਮੁੰਡਾ ਜਦੋਂ ਆਪਣੀ ਅਯਾਸ਼ੀ ਦੇ ਕਾਰਨਾਮੇ ਸੁਣਾ ਰਿਹਾ ਸੀ ਤਾਂ ਉਸ ਸਮੇਂ ਕੁੜੀ ਨੇ ਵੀ ਸਭ ਕੁਝ ਕੰਨ ਖੋਲ ਕੇ ਸੁਣਿਆ। ਦੱਸ ਦਈਏ ਕਿ ਬਰਾਤ ਦੇ ਨਾਲ ਹੀ ਉੱਥੇ ਪਹੁੰਚ ਕੇ ਉਸ ਔਰਤ ਦੇ ਪਤੀ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਕਿਵੇਂ ਇਹ ਲਾੜਾ ਬਣਿਆ ਮੁੰਡਾ ਉਸ ਦੀ ਪਤਨੀ ਦੇ ਨਾਲ ਨਾਜਾਇਜ਼ ਤੌਰ ਤੇ ਸੰਬੰਧ ਰੱਖਦਾ ਆ ਰਿਹਾ ਹੈ। ਇੰਨਾ ਹੀ ਨਹੀਂ, ਉਸ ਦੇ ਅਕਾਊਂਟ ਦੇ ਵਿੱਚ ਪੈਸੇ ਪਵਾਉਂਦਾ ਹੈ ਅਤੇ ਕਾਲ ਡਿਟੇਲ ਦੇ ਰਾਹੀਂ ਸਾਰੀ ਸੱਚਾਈ ਵੀ ਸਾਹਮਣੇ ਆ ਚੁੱਕੀ ਹੈ ਅਤੇ ਇਸ ਦੇ ਬਾਬਤ ਥਾਣੇ ਜਾ ਕੇ ਇਸ ਮੁੰਡੇ ਦੇ ਵੱਲੋਂ ਮਾਫੀ ਵੀ ਮੰਗੀ ਗਈ ਸੀ। ਜਿਵੇਂ ਸਾਰਾ ਮਾਮਲਾ ਖੁੱਲਣਾ ਸ਼ੁਰੂ ਹੋਇਆ ਤਾਂ ਹੌਲੀ ਬਰਾਤ ਵੀ ਮੁੜਨੀ ਸ਼ੁਰੂ ਹੋ ਗਈ, ਪਰ ਲਾੜੇ ਨੂੰ ਪਰਿਵਾਰ ਸਮੇਤ ਇੱਕ ਕਮਰੇ ਦੇ ਵਿੱਚ ਬਿਠਾ ਲਿਆ ਗਿਆ ਅਤੇ ਕੁੜੀ ਵਾਲਿਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੁੱਛਣ ਦੇ ਨਾਲ ਇੱਕ ਨਹੀਂ ਦੋ ਨਹੀਂ ਸਗੋਂ ਪੂਰੇ 5 ਘੰਟੇ ਅੰਦਰ ਬੰਦ ਰੱਖਿਆ ਗਿਆ। ਕਈ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਅਤੇ ਲਾੜਾ ਬਣੇ ਮੁੰਡੇ ਨੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ। ਦੱਸਿਆ ਕਿ ਉਹ ਆਪਣੀ ਪੁਰਾਣੀ ਸਹੇਲੀ ਦੀ ਸਾਰੀ ਕਹਾਣੀ ਕਿਵੇਂ ਉਹ ਸਾਰੀ ਦਾਸਤਾਨ ਚੱਲੀ ਸੀ ਅਤੇ ਫਿਰ ਸਾਰਾ ਮਾਮਲਾ ਪੁਲਿਸ ਥਾਣੇ ਦੇ ਵਿੱਚ ਪਹੁੰਚ ਗਿਆ ਸੀ। ਲਿਖਤੀ ਮੁਆਫੀ ਵੀ ਮੰਗੀ ਗਈ ਜਿਸ ਦੇ ਵਿੱਚ ਲਿਖਿਆ ਗਿਆ ਕਿ ਉਸ ਦੀ ਗਲਤੀ ਦੇ ਨਾਲ ਇਹ ਸਭ ਕੁਝ ਹੋਇਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਕੁਝ ਗਲਤ ਹੋਵੇਗਾ ਤਾਂ ਉਹ ਖੁਦ ਉਸ ਦਾ ਜ਼ਿੰਮੇਦਾਰ ਹੋਵੇਗਾ। ਕੁੜੀ ਦੇ ਪਰਿਵਾਰਿਕ ਮੈਂਬਰਾਂ ਦੀ ਸੂਝ ਦੇ ਨਾਲ ਕੁੜੀ ਦੀ ਜ਼ਿੰਦਗੀ ਤਾਂ ਬਚਾ ਲਈ ਗਈ, ਪਰ ਕੁੜੀ ਦੇ ਹੌਸਲੇ ਨੂੰ ਜ਼ਰੂਰ ਥੋੜੀ ਜਿਹੀ ਢਾਲ ਲੱਗੀ ਹੈ। ਪਰ ਫਿਰ ਵੀ ਕੁੜੀ ਦੇ ਵੱਲੋਂ ਆਪਣੇ ਹੌਸਲੇ ਨੂੰ ਬੁਲੰਦ ਕਰਦਿਆਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਜਦੋਂ ਪਤਾ ਲੱਗਿਆ ਕਿ ਮੁੰਡਾ ਕਿਸੇ ਹੋਰ ਜਨਾਨੀ ਦੇ ਚੱਕਰਾਂ ਦੇ ਵਿੱਚ ਫਸਿਆ ਹੋਇਆ ਹੈ। ਉਹ ਵੀ ਉਸ ਜਨਾਨੀ ਦੇ ਜੋ ਕਿ ਇੱਕ ਵਿਆਹੁਤਾ ਔਰਤ ਹੈ। ਉਸੇ ਵਿਆਹੁਤਾ ਦੇ ਦੁਖੀ ਪਤੀ ਦੇ ਵੱਲੋਂ ਸਾਰੀ ਸੱਚਾਈ ਸਾਹਮਣੇ ਲਿਆਂਦੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਉਸ ਵਿਆਹੁਤਾ ਔਰਤ ਦੇ ਪਤੀ ਨੂੰ ਦੇਖ ਸਕਦੇ ਹੋ ਜਿਹੜਾ ਕਿ ਗੋਲੀ ਨਾਲੋਂ ਵੀ ਤੇਜ਼ ਭੱਜਿਆ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਕਿ ਇਸ ਮੁੰਡੇ ਦੇ ਵੱਲੋਂ ਵਿਆਹ ਕਰਵਾਉਣ ਦੇ ਲਈ ਪਹੁੰਚਿਆ ਗਿਆ ਸੀ। ਲਾੜੇ ਦੇ ਪਹੁੰਚਣ ਦੇ ਨਾਲ ਹੀ ਇਸ ਦੇ ਵੱਲੋਂ ਆ ਕੇ ਸਾਰੀ ਸੱਚਾਈ ਦੱਸੀ ਗਈ ਕਿ ਕਿਸ ਤਰ੍ਹਾਂ ਦੇ ਨਾਲ ਉਸ ਦੀ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਰੱਖਦਾ ਇਹ ਲਾੜਾ ਬਣਿਆ ਮੁੰਡਾ। ਦੇਖਣ ਨੂੰ ਸ਼ਰੀਫ ਲੱਗ ਰਿਹਾ ਸੀ, ਪਰ ਇਸ ਦੀਆਂ ਕਰਤੂਤਾਂ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਸਾਰੀ ਸੱਚਾਈ ਸਾਹਮਣੇ ਲਿਆਉਂਦੀ ਗਈ ਅਤੇ ਹੁਣ ਇਸ ਕੁੜੀ ਦੀ ਜ਼ਿੰਦਗੀ ਬਚਾ ਲਈ ਗਈ ਹੈ, ਨਹੀਂ ਤਾਂ ਸਾਰੀ ਉਮਰ ਉਸਨੇ ਇਸ ਧੋਖੇਬਾਜ਼ ਪਤੀ ਦੇ ਨਾਲ ਕੱਟਣੀ ਔਖੀ ਹੋ ਜਾਣੀ ਸੀ। ਦੱਸ ਦਈਏ ਕਿ ਇਹ ਲਾੜਾ ਬਣਿਆ ਪਤੀ ਇੱਕ ਔਰਤ ਨੂੰ ਪਰੇਸ਼ਾਨ ਕਰਨ ਦੇ ਤੇ ਝਾਂਸੇ ਦੇ ਵਿੱਚ ਦੇ ਕੇ ਵਿਆਹ ਕਰਾਉਣ ਦੇ ਇਰਾਦੇ ਦੇ ਨਾਲ ਇੱਥੇ ਪਹੁੰਚਿਆ ਸੀ, ਪਰ ਪਰਿਵਾਰਿਕ ਮੈਂਬਰਾਂ ਨੂੰ ਸਾਰੀ ਸੱਚਾਈ ਪਤਾ ਲੱਗ ਗਈ।
ਇਸੇ ਕਰਕੇ ਕਿਹਾ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਅਤੇ ਸਾਰੇ ਰਿਸ਼ਤੇ ਵੀ ਸੱਚਾਈ ਦੀ ਬੁਨਿਆਦ ਤੇ ਹੀ ਟਿਕਾ ਕੇ ਰੱਖਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮੁਸ਼ਕਿਲ ਅਤੇ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਲਾੜੀ ਦੇ ਮੂੰਹੋਂ ਸੁਣ ਲੈਂਦੇ ਹਾਂ ਕੀ ਸੀ ਪੂਰੀ ਘਟਨਾ। ਤੁਹਾਨੂੰ ਮੌਕੇ ਤੇ ਪਤਾ ਲੱਗਾ ਕਿ ਪਹਿਲਾਂ ਪਤਾ ਲੱਗ ਗਿਆ ਸੀ? ਮੌਕੇ ਤੇ ਪਤਾ ਲੱਗਾ। ਫਿਰ ਤੁਸੀਂ ਇਨਕਾਰ ਕਰਤਾ ਵਿਆਹ ਤੋਂ? ਹਾਂਜੀ। ਉਹ ਜਨਾਨੀ ਦਾ ਆਦਮੀ ਆ ਗਿਆ ਸੀ ਤੇ ਉਹਨਾਂ ਨੇ ਦੱਸਿਆ ਸਾਰਾ ਕੁਝ। ਉਹਨਾਂ ਨੇ ਸਬੂਤ ਦਿੱਤੇ ਤੁਹਾਨੂੰ? ਸੱਜ ਧੱਜ ਕੇ ਗੁਲਾਬੀ ਸੂਟ ਪਾ ਕੇ ਲਾੜੇ ਦੀ ਮਾਂ ਜਦੋਂ ਵਿਆਹ 'ਚ ਪਹੁੰਚੀ ਤਾਂ ਉਸਨੇ ਕਿਸ ਤਰ੍ਹਾਂ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਨੇ ਉਹ ਵੀ ਸੁਣ ਲਵੋ। ਝੂਠਾ ਇਲਜ਼ਾਮ ਦਿੱਤਾ ਜਾਂਦਾ, ਝੂਠਾ ਇਲਜ਼ਾਮ ਦਿੱਤਾ ਜਾਂਦਾ। ਜਿਹੜੇ ਉਹਦੇ ਰਾਜੀਨਾਮੇ ਆ ਥਾਣਿਆਂ ਦੇ ਵਿੱਚ ਇਹਨੇ ਵੀ ਲਿਖਤੀ ਦਿੱਤਾ ਹੈ, ਉਹਦੀ ਵਾਈਫ ਨੇ ਵੀ ਦਿੱਤਾ ਆ। ਹਾਂਜੀ। ਉਹ ਕੀ ਆ? ਉਹ ਤਾਂ ਭਾਜੀ ਉਹ ਕਹਿੰਦੇ ਸੀ ਸਾਨੂੰ ਸਾਡੇ ਕੋਲ ਆਵੋ, ਟੌਰਚ ਕਰਦੇ ਸੀਗੇ ਸਾਨੂੰ। ਅੱਛਾ ਜੀ। ਤੇ ਆਵੋ ਸਾਡੇ ਕੋਲ ਵੀ ਸਾਨੂੰ ਦੱਸੋ ਵੀ ਮੈਂ ਆਪਣਾ ਡਿਵੋਰਸ ਲੈਣਾ ਇਹ ਤੋਂ ਜਨਾਨੀ ਤੋਂ ਆਪਣੀ ਤੋਂ, ਵੀ ਤੁਸੀਂ ਇੰਨੀ ਗੱਲ ਕਹਿ ਦੋ। ਪੰਚਾਇਤ 'ਚ ਵੀ ਫੈਸਲੇ ਹੋਏ ਨਹੀਂ? ਜਿਹੜਾ ਮੇਟੀ ਆਣੇ ਥਾਣੇ ਜਾਂ ਦੂਏ ਹੋਇਆ ਉਹ 'ਚ ਲਿਖਤੀ ਇਹਨੇ ਵੀ ਦਿੱਤਾ ਵੀ ਮੇਰੇ 4 ਸਾਲ ਤੋਂ ਸੰਬੰਧ ਸੀਗੇ। ਸਾਰੇ ਹੀ ਆ। ਕੋਈ ਨਹੀਂ ਉਹ ਲਿਖਤੀ ਮੈਨੂੰ ਉਹਨੇ ਦਿੱਤਾ ਮੀਡੀਆ ਨੂੰ ਵੀ ਲਿਖਤੀ ਸੀਗਾ ਨਾ ਉਹ। ਅਸੀਂ ਸਾਰੇ ਗਏ ਹੋ ਸੀ। ਨਹੀਂ ਫਿਰ ਤੁਸੀਂ ਫਿਰ ਹਾਂ ਨਾ ਬਈ ਇਹਦੇ ਸੰਬੰਧ ਤਾਂ ਸੀਗੇ, ਇਸ ਗੱਲ ਨੂੰ ਤਾਂ ਮੰਨੋ ਨਾ। ਨਹੀਂ ਫੋਨ ਤੇ ਗੱਲ ਕਰਦੇ ਸੀ, ਹੈ ਫੋਨ ਤੇ ਗੱਲ ਹੁੰਦੀ ਸੀ ਸਾਡੀ ਤੇ ਉਹ ਜਨਾਨੀ ਕਰਦੀ ਟੌਰਚਰ। ਉਸ ਦਿਨ ਵੀ ਇਹੀ ਗੱਲ ਹੋਈ ਸੀ। ਫਿਰ ਤੁਹਾਨੂੰ ਨਾ ਸਿਰਫ ਲਾੜੇ ਦੀ ਮਾਂ ਸਗੋਂ ਲਾੜੇ ਨੇ ਵੀ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਅਤੇ ਇਹ ਕਿਹਾ ਕਿ ਮੇਰੇ ਤੋਂ ਧੱਕੇ ਦੇ ਨਾਲ ਸਭ ਕੁਝ ਉਹ ਲਿਖਵਾਇਆ ਗਿਆ ਸੀ ਕਿਉਂਕਿ ਉਹ ਪਤੀ ਖੁਦ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਹੈ। ਇਸ ਬਾਰੇ ਕੁੜੀ ਦੇ ਮਾਪਿਆਂ ਦਾ ਕੀ ਕਹਿਣਾ ਹੈ ਉਹ ਵੀ ਸੁਣੋ। ਭੀਜੀ ਲੱਗਦੀ ਹੈ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ? ਡੈਥ ਹੋ ਗਈ ਹਾਂਜੀ। ਇਹ ਕੀ ਸੀ ਮਾਮਲਾ ਅੱਜ? ਇਹ ਮਾਮਲਾ ਇਦਾਂ ਸੀਗਾ ਜੀ, ਅੱਜ ਕੁੜੀ ਦਾ 17 ਤਰੀਕ ਨੂੰ ਵਿਆਹ ਸੀਗਾ ਜੀ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਤੇ ਬਰਾਤ ਆਈ ਹੈ ਤੇ ਉਹ ਪਿੱਛੇ ਮੁੰਡੇ ਦੀ ਇਹ ਗੱਲਬਾਤ ਸੀਗੀ ਕਿ ਇਹ ਜਨਾਨੀ ਨਾਲ ਤੇ ਉਹ ਜਨਾਨੀ ਦਾ ਘਰ ਵਾਲਾ ਇੱਥੇ ਆ ਗਿਆ ਮੌਕੇ ਤੇ। ਉਹ ਕਹਿੰਦਾ ਵੀ ਇਹਨੇ ਮੇਰੇ ਘਰ ਵਾਲੀ ਇਦਾਂ ਕਰਕੇ ਉਹਦੇ ਨਾਲ ਸੰਬੰਧ ਸੀ ਵੀ ਉਹਨੇ ਇਸ ਕਰਕੇ ਗਵਾਹੀ ਦਿੱਤੀ ਵੀ ਕਿਸੇ ਦੀ ਧੀ ਦਾ ਘਰ ਨਾ ਬਰਬਾਦ ਹੋਵੇ। ਵੀ ਉਹਨੇ ਸਾਰੀ ਗੱਲ ਦੱਸਤੀ ਵੀ ਇਦਾਂ ਦਾ ਕਰਕੇ ਤੇ ਸੰਬੰਧ ਵਾ ਇਹ ਜਨਾਨੀ ਨਾਲ ਮੇਰੀ ਨਾਲ ਤੇ ਵੀ ਇਹਦੀ ਜ਼ਿੰਦਗੀ ਨਾ ਖਰਾਬ ਹੋਏ, ਇਸ ਕਰਕੇ ਅਸੀਂ ਇਹ ਰਿਸ਼ਤਾ ਤੋੜ ਦਿੱਤਾ ਤੇ ਅਸੀਂ ਨਹੀਂ ਰੱਖਣਾ ਚਾਹੁੰਦੇ। ਉਹਨੇ ਮੁੰਡੇ ਨੇ ਕਬੂਲ ਕੀਤਾ ਇਹ ਵੀ ਹਾਂ ਮੈਂ ਗਲਤ ਸਾਂ ਵੀ ਮੇਰੀ ਗੈਰ ਜਨਾਨੀ ਨਾਲ ਮੇਰੇ ਗਲਤ ਸੰਬੰਧ ਸੀ ਤੇ ਇਸ ਕਰਕੇ ਆਪਾਂ ਨਹੀਂ ਚਾਹੁੰਦੇ ਵੀ ਸਾਡੀ ਧੀ ਦਾ ਘਰ ਬਰਬਾਦ ਹੋਵੇ। ਅਸੀਂ ਇਹ ਬਰਾਤ ਇੱਦਾਂ ਹੀ ਮੋੜ ਦਿੱਤੀ ਜੀ। ਤੁਸੀਂ ਪੁਲਿਸ ਕੰਪਲੇਂਟ ਨਹੀਂ ਕੀਤੀ, ਪਿੰਡ 'ਚ ਫੈਸਲਾ ਕੀਤਾ ਇਹ? ਹਾਂਜੀ ਪੰਚਾਇਤ ਦੇ ਥਰੂ ਫੈਸਲਾ ਹੋਇਆ। ਦੋਨਾਂ ਪਿੰਡਾਂ ਦੀ ਪੰਚਾਇਤ ਸੀਗੀ ਤੇ ਉਧਰੋਂ ਪੰਚਾਇਤ ਆਈ ਸੀਗੀ ਤੇ ਉਹਨਾਂ ਨੇ ਸਰਪੰਚ ਨੇ ਸਾਈਨ ਕੀਤੇ ਆ ਸਾਰੇ, ਇਹ ਲਿਖਤੀ ਬਿਆਨ ਸਭ ਕੁਝ ਇਹ ਮੁੰਡੇ ਨੇ ਲਿਖ ਕੇ ਇਹ ਦਿੱਤਾ? ਮੁੰਡੇ ਨੇ ਕਬੂਲ ਕੀਤਾ ਜੀ ਤੇ ਸਾਰੇ ਸਰਪੰਚਾਂ ਦੇ ਸਾਈਨ ਹੋਏ ਜੀ। ਹਾਂਜੀ। ਕੁੜੀ ਦੇ ਸਾਰੇ ਸੁਪਨੇ ਧਰੇ ਧਰਾਏ ਰਹਿ ਗਏ। ਸਜੀ ਧਜੀ ਲਾੜੀ ਨੂੰ ਜਦੋਂ ਵਿਆਹ ਤੋਂ ਇਨਕਾਰ ਕਰਨਾ ਪਿਆ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੋਣਾ ਹੈ। ਦੂਸਰੇ ਪਾਸੇ ਪਰਿਵਾਰ ਦੇ ਵੱਲੋਂ ਵਿਆਹ ਦੇ ਸਾਰੇ ਇੰਤਜ਼ਾਮ ਕੀਤੇ ਹੋਏ ਸੀ, ਮਠਾਈਆਂ, ਕੱਪੜੇ, ਭਾਜੀ ਸਭ ਕੁਝ ਤਿਆਰ ਸੀ, ਪਰ ਮੌਕੇ ਤੇ ਜਦੋਂ ਇਸ ਮੁੰਡੇ ਦੀ ਸਾਰੀ ਕਰਤੂਤ ਸਾਹਮਣੇ ਆਈ ਤਾਂ ਇਸ ਲਾੜੇ ਨੂੰ ਬੇਰੰਗ ਮੋੜ ਦਿੱਤਾ ਗਿਆ। ਕੁੜੀ ਵਾਲਿਆਂ ਦੀ ਸ਼ਰਾਫਤ ਸੀ ਕਿ ਇਸ ਮੁੰਡੇ ਨੂੰ ਹੋਰ ਕੁਝ ਨਹੀਂ ਕਿਹਾ ਗਿਆ, ਸਗੋਂ ਇੱਕ ਮਾਫੀਨਾਮਾ ਲਿਖਵਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਹੋਰ ਦੇ ਨਾਲ ਧੱਕਾ ਨਾ ਕਰੇ ਅਤੇ ਉਹਨਾਂ ਦੀ ਕੁੜੀ ਦੀ ਜ਼ਿੰਦਗੀ ਵੀ ਹਮੇਸ਼ਾ ਲਈ ਸੁਰੱਖਿਅਤ ਰਹੇ। ਵਧੇਰੇ ਖਬਰਾਂ ਦੇ ਲਈ ਬੋਲ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਜਿਹੀਆਂ ਹੋਰ ਖਬਰਾਂ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਬੈਲ ਆਈਕਨ ਤੇ ਕਲਿੱਕ ਵੀ ਜ਼ਰੂਰ ਕਰ ਲਿਓ। ਧੰਨਵਾਦ। ਹੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੀ ਰਿਪੋਰਟ, ਬੋਲ ਪੰਜਾਬ ਟੀਵੀ।